14 ਕੁ ਸਾਲ ਦੀ ਉਮਰ ਵਿੱਚ ਜਦੋਂ ਖੇਡਣ ਕੁੱਦਣ ਦੀ ਉਮਰ ਹੁੰਦੀ ਆ ਉਦੋਂ ਹੀ ਰਿਸ਼ਤਾ ਹੋ ਗਿਆ। ਉਸ ਜ਼ਮਾਨੇ 'ਚ ਸਾਰੀਆਂ ਕੁੜੀਆਂ 12-13 ਸਾਲ ਦੀ ਉਮਰ ਵਿੱਚ ਹੀ ਵਿਆਹ ਦਿੱਤੀਆਂ ਜਾਂਦੀਆਂ ਸਨ। ਵਿਆਹ ਦਾ ਮਤਲਬ ਵੀ ਨਹੀਂ ਪਤਾ ਹੁੰਦਾ ਸੀ, ਬਸ ਇਹ ਸੋਚ ਕੇ ਖੁਸ਼ ਹੋ ਜਾਂਦੇ ਸੀ ਕਿ ਨਵੇਂ-ਨਵੇਂ ਕੱਪੜੇ ਮਿਲਣਗੇ। ਮਾਂ ਤਾਂ ਹੈ ਨਹੀਂ ਸੀ, ਪਿਓ ਨੇ ਬਸ ਜੋ ਘਰ ਦਾ ਥੋੜ੍ਹਾ ਬਹੁਤਾ ਕੰਮ ਸਿਖਾਇਆ ਸੀ ਉਹੀ ਥੋੜ੍ਹਾ ਬਹੁਤ ਆਉਂਦਾ ਸੀ। ਵਿਆਹ ਦਾ ਦਿਨ ਆ ਗਿਆ, ਬਸ ਸਾਰੀਆਂ ਰਸਮਾਂ ਰਿਵਾਜਾਂ ਤੋਂ ਬਾਅਦ ਵਿਦਾਈ ਦਾ ਟਾਈਮ ਵੀ ਆ ਗਿਆ। ਰੋਂਦੇ ਰੋਂਦੇ ਡੋਲੀ 'ਚ ਬਹਿ ਕੇ ਸਹੁਰੇ ਘਰ ਆ ਗਈ। ਇੰਨੀ ਸੋਹਣੀ ਸੋਹਣੀ ਹਵੇਲੀ ਦੇਖ ਕੇ ਮਨ ਹੀ ਮਨ 'ਚ ਬਹੁਤ ਖੁਸ਼ੀ ਹੋਈ। ਉਦੋਂ ਹੀ ਸੱਸ ਦੀ ਆਵਾਜ਼ ਆਈ, ਜਲਦੀ ਕਲਸ਼ ਲਿਆਓ, ਬਹੂ ਆ ਗਈ ਹੈ। ਅਤੇ ਮੈਂ ਘੂੰਘਟ ਦੇ ਓਹਲੇ 'ਚ ਆਪਣੀ ਸੱਸ ਨੂੰ ਦੇਖਿਆ। ਅੱਖਾਂ ਨਾਲ ਇੱਕਦਮ ਸਖਤ ਮਿਜਾਜ ਦੀ ਲੱਗ ਰਹੀ ਸੀ। ਮੈਨੂੰ ਸੱਚੀ ਦੱਸਾਂ ਡਰ ਗਈ ਸੀ ਉਹਨਾਂ ਨੂੰ ਦੇਖ ਕੇ। ਸਾਰੀਆਂ ਰਸਮਾਂ ਪੂਰੇ ਹੁੰਦੇ ਹੁੰਦੇ ਰਾਤ ਪੈ ਗਈ ਸੀ। ਬਿਸਤਰ 'ਤੇ ਪੈਂਦੇ ਹੀ ਨੀਂਦ ਆ ਗਈ। ਸਵੇਰੇ ਸਵੇਰੇ ਨੌਕਰਾਣੀ ਨੇ ਆ ਕੇ ਜਗਾਇਆ ਕਿ ਚਲੋ ਰਸੋਈ ਬਣਾਉਣ ਦੀ ਰਸਮ ਹੈ। ਤਿਆਰ ਹੋ ਕੇ ਰਸੋਈ 'ਚ ਗਈ ਤੇ ਖੀਰ ਬਣਾਈ। ਸਾਰਿਆਂ ਨੇ ਤਾਰੀਫ ਵੀ ਕੀਤੀ, ਪਰ ਸੱਸ ਨੇ ਖੋਟ ਕੱਢਤਾ ਤੇ ਨਾਲ ਹੀ ਹਦਾਇਤ ਵੀ ਦੇ ਦਿੱਤੀ ਕਿ ਹੁਣ ਬਚਪਨ ਛੱਡ ਕੇ ਕੋਈ ਕੰਮ ਕਾਜ ਚੱਜ ਨਾਲ ਸਿੱਖ ਲੈ। 15 ਦਿਨਾਂ ਬਾਅਦ ਮੇਰੇ ਪਤੀ ਨੇ ਵੀ ਹੋਸਟਲ ਜਾਣਾ ਸੀ, ਕਿਉਂਕਿ ਉਹ BA ਕਰ ਰਹੇ ਸਨ। ਖੈਰ ਰਮਨ ਹੋਸਟਲ ਚਲੇ ਗਏ ਤੇ ਮੈਂ ਇਕੱਲੀ ਰਹਿ ਗਈ ਆਪਣੀ ਸੱਸ ਸਹੁਰੇ ਨਾਲ। ਵਿਚਾਲੇ ਰਮਨ ਚਿੱਠੀ ਵੀ ਲਿਖਦਾ ਸੀ, ਪਰ ਮੇਰੀ ਸੱਸ ਪਹਿਲਾਂ ਪੜ੍ਹਦੀ ਸੀ, ਬਾਅਦ ਵਿੱਚ ਮੇਰੇ ਕੋਲ ਆਉਂਦੀ। ਉਮਰ ਘੱਟ ਹੋਣ ਨਾਲ ਇੰਨਾ ਫਰਕ ਨਹੀਂ ਪੈਂਦਾ ਸੀ। ਮੇਰੇ ਇਕੱਲੇਪਣ ਦਾ ਸਾਥੀ ਸੀ ਅੰਬ ਦਾ ਪੇੜ। ਹਾਂ, ਉਹੀ ਅੰਬ ਦਾ ਪੇੜ ਜੋ ਹਵੇਲੀ ਦੇ ਪਿੱਛੇ ਵਿਹੜੇ 'ਚ ਲੱਗਿਆ ਸੀ। ਉਸ ਅੰਬ ਦੇ ਪੇੜ ਥੱਲੇ ਇੱਕ ਕੱਚਾ ਕਮਰਾ ਬਣਿਆ ਹੋਇਆ ਸੀ। ਉਹ ਪੇੜ ਫਲ ਨਹੀਂ ਦਿੰਦਾ ਸੀ, ਇਸ ਲਈ ਸਾਰੇ ਘਰ ਵਾਲੇ ਉਸ ਨੂੰ ਬਾਂਝ ਕਹਿੰਦੇ ਸਨ। ਪਰ ਪਤਾ ਨਹੀਂ ਕਿਉਂ ਮੈਨੂੰ ਉਸ ਰੁੱਖ ਨਾਲ ਬਹੁਤ ਪਿਆਰ ਸੀ। ਜਦੋਂ ਵੀ ਕੰਮ ਤੋਂ ਫ੍ਰੀ ਹੋ ਕੇ ਕੁਝ ਬੇਲ ਮਿਲਦੀ ਤਾਂ ਉਹੀ ਰੁੱਖ ਮੇਰਾ ਸਾਥੀ ਹੁੰਦਾ ਸੀ। ਉਸ ਨੂੰ ਦੇਖ ਕੇ ਹੀ ਮੈਂ ਸਾਰੀ ਥਕਾਵਟ ਭੁੱਲ ਜਾਂਦੀ। 2 ਸਾਲ ਬੀਤ ਗਏ ਤੇ ਮੈਂ 16 ਦੀ ਹੋ ਗਈ। ਰਮਨ ਦੀ BA ਦੀ ਪੜ੍ਹਾਈ ਪੂਰੀ ਹੋ ਗਈ ਸੀ। ਅੱਜ ਰਮਨ ਵਾਪਸ ਆ ਰਹੇ ਸਨ। ਮੇਰੀ ਸੱਸ ਸਵੇਰ ਤੋਂ ਹੀ ਤਿਆਰੀ 'ਚ ਲੱਗੀ ਹੋਈ ਸੀ। ਖੁਦ ਹੀ ਰਸੋਈ 'ਚ ਜਾ ਕੇ ਸਾਰਾ ਜਾਇਜ਼ਾ ਲੈ ਰਹੀ ਸੀ। ਮੇਰੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿ ਹੁਣ ਇਕੱਲਾ ਰਹਿਣਾ ਨਹੀਂ ਪਵੇਗਾ। 16 ਸ਼ਿੰਗਾਰ ਕਰਕੇ ਇੱਕ ਪੂਰੀ ਔਰਤ ਵਾਂਗ ਮਹਿਸੂਸ ਕਰ ਰਹੀ ਸੀ। ਅੱਜ ਮਾਂਗ ਦਾ ਸੰਧੂਰ ਨੇ ਵੀ ਕੁਝ ਵੱਖਰੀ ਹੀ ਲਾਲੀ ਲੈ ਰੱਖੀ ਸੀ ਤੇ ਸ਼ਾਇਦ ਉਹ ਲਾਲੀ ਮੇਰੇ ਚਿਹਰੇ 'ਤੇ ਵੀ ਦਿਖਾਈ ਦੇ ਰਹੀ ਸੀ। ਉਦੋਂ ਹੀ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜਾ ਕੇ ਆਪਣੀ ਨਜ਼ਰ ਲਵਾ ਲੈ। ਸਮਾਂ ਬੀਤਦਾ ਗਿਆ, 2 ਸਾਲ ਬੀਤ ਗਏ, ਕੁਝ ਪਤਾ ਹੀ ਨਹੀਂ ਲੱਗਿਆ। ਰਮਨ ਤੇ ਮੈਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀ। ਇੱਕ ਦਿਨ ਅਚਾਨਕ ਪਤਾ ਲੱਗਿਆ ਕਿ ਮੇਰੇ ਬਾਪੂ ਜੀ ਬਹੁਤ ਬਿਮਾਰ ਹਨ। ਰਮਨ ਮੈਨੂੰ ਨਾਲ ਲੈ ਕੇ ਤੁਰੰਤ ਮਿਲਣ ਚਲੇ ਗਏ। ਬਾਪੂ ਜੀ ਨੇ ਮੈਨੂੰ ਮਿਲ ਕੇ ਬਹੁਤ ਖੁਸ਼ ਹੋਏ, ਜਿਵੇਂ ਉਹਨਾਂ ਨੇ ਆਪਣੇ ਸਾਹਾਂ ਨੂੰ ਮੇਰੇ ਲਈ ਹੀ ਰੋਕ ਰੱਖਿਆ ਹੋਵੇ, ਅਤੇ ਫਿਰ ਮੈਨੂੰ ਰਮਨ ਦੇ ਹਵਾਲੇ ਕਰਕੇ ਇਸ ਦੁਨੀਆ ਤੋਂ ਚਲੇ ਗਏ। ਦੁਖੀ ਮਨ ਨਾਲ ਤੇ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਵਿਦਾ ਕੀਤਾ। ਹੁਣ ਮੇਰਾ ਸਭ ਕੁਝ ਰਮਨ ਤੇ ਉਸ ਦਾ ਪਰਿਵਾਰ ਹੀ ਸੀ। ਸਮਾਂ ਗੁਜ਼ਰਦਾ ਗਿਆ ਤੇ ਰਮਨ ਨੇ ਆਪਣੀ ਲਾਅ ਦੀ ਪੜ੍ਹਾਈ ਵੀ ਪੂਰੀ ਕਰ ਲਈ ਅਤੇ ਹੁਣ ਉਹ ਸਰਕਾਰੀ ਵਕੀਲ ਕਹਾਉਣ ਲੱਗੇ। ਪਰ ਰੱਬ ਨੂੰ ਹਾਲੇ ਮੈਨੂੰ ਔਲਾਦ ਦਾ ਸੁੱਖ ਨਹੀਂ ਦਿੱਤਾ। ਹਾਲੇ ਤਾਂ ਸੱਸ ਦਬੀ ਹੋਈ ਜ਼ੁਬਾਨ 'ਚ ਹੀ ਬੋਲਦੀ ਸੀ, ਪਰ ਹੌਲੀ ਹੌਲੀ ਉਹਨਾਂ ਨੇ ਆਪਣਾ ਸੁਭਾਅ ਰੁੱਖਾ ਤੇ ਕਰੜਾ ਕਰ ਲਿਆ। ਰਮਨ ਬਹੁਤ ਬਿਜੀ ਰਹਿੰਦੇ ਸਨ ਆਪਣੇ ਕੰਮਾਂ ਤੋਂ ਤੇ ਮੇਰੀ ਸੱਸ ਮੇਰੇ ਪਿੱਛੇ ਸਾਰਾ ਦਿਨ ਪਈ ਰਹਿੰਦੀ। ਹੌਲੀ ਹੌਲੀ ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਹਵੇਲੀ ਵਾਲਿਆਂ ਦੀ ਨੂੰਹ ਵਾਂਝ ਹੈ। ਤੀਰ ਵਾਂਗੂ ਚੁੱਭਦਾ ਸੀ ਇਹ ਸ਼ਬਦ, ਪਰ ਕੁਝ ਕਹਿ ਨਹੀਂ ਪਾਉਂਦੀ, ਬਸ ਹੰਝੂਆਂ ਨਾਲ ਦਿਲ ਹਲਕਾ ਕਰ ਲੈਂਦੀ। ਰਮਨ ਮੈਨੂੰ ਦਿਲਾਸਾ ਦਿੰਦੇ, ਪਰ ਲੋਕਾਂ ਦਾ ਤਾਂ ਇਹ ਵਰਤਾਅ ਅੰਦਰ ਅੰਦਰ ਮੈਨੂੰ ਖੋਖਲਾ ਕਰ ਰਿਹਾ ਸੀ। ਹੁਣ ਮੇਰੀ ਉਮਰ ਹੀ ਕਿੰਨੀ ਕੁ ਸੀ, ਸਿਰਫ 19 ਸਾਲ, ਤੇ ਲੋਕਾਂ ਨੇ ਮੈਨੂੰ ਬਾਂਝ ਬਣਾ ਦਿੱਤਾ। ਬਚਪਨ ਤੋਂ ਹੀ ਮੈਂ ਦੁਬਲੀ ਪਤਲੀ ਸੀ। ਫਿਰ ਮਾਂ ਦੇ ਜਾਣ ਤੋਂ ਬਾਅਦ ਠੀਕ ਤੋਂ ਮੇਰਾ ਪਾਲਣ ਪੋਸ਼ਣ ਵੀ ਨਹੀਂ ਹੋ ਰਿਹਾ ਸੀ। ਇੱਕ ਦਿਨ ਰਮਨ ਜਦੋਂ ਦੁਪਹਿਰ ਦੇ ਖਾਣੇ 'ਤੇ ਘਰ ਆਏ ਤਾਂ ਮੇਰੀ ਸੱਸ ਨੇ ਇਹ ਫਰਮਾਨ ਸੁਣਾ ਦਿੱਤਾ ਕਿ ਰਮਨ ਦੂਜਾ ਵਿਆਹ ਕਰੇਗਾ। ਹਾਏ ਰੱਬਾ, ਐਡਾ ਵੱਡਾ ਧੋਖਾ ਕਿਵੇਂ ਦੇ ਸਕਦੇ ਨੇ ਰਮਨ ਮੈਨੂੰ। ਨਹੀਂ, ਇਹ ਨਹੀਂ ਹੋ ਸਕਦਾ। ਲਾਈਟ ਬੰਦ ਕਰ ਦੇ, ਮੈਂ ਸੌਣਾ। ਰਮਨ, ਕੁਝ ਗੱਲ ਕਰਨੀ ਆ ਤੁਹਾਡੇ ਨਾਲ। ਮੈਂ ਥੱਕ ਗਿਆ ਹਾਂ, ਮੈਨੂੰ ਸੌਣ ਦੇ ਅੰਮ੍ਰਿਤਾ। ਰਮਨ, ਕੀ ਤੁਸੀਂ ਦੂਜਾ ਵਿਆਹ ਕਰੋਗੇ? ਅੰਮ੍ਰਿਤਾ, ਮੈਨੂੰ ਸੌਣ ਦੇ, ਮੈਂ ਥੱਕ ਗਿਆ ਹਾਂ ਤੁਹਾਡੇ ਸਭ ਦੀ ਚਿਕ ਸੁਣਦੇ। ਉੱਧਰ ਮਾਂ ਹੈ, ਇੱਧਰ ਤੂੰ। ਪਰੇਸ਼ਾਨ ਹੋ ਗਿਆ ਹਾਂ, ਦਿਲ ਕਰਦਾ ਹੈ ਆਪਣੀ ਜਾਨ ਦੇ ਦੇਵਾਂ। ਨਹੀਂ ਰਮਨ, ਇੱਦਾਂ ਨਾ ਬੋਲੋ। ਅੰਮ੍ਰਿਤਾ ਰਮਨ ਦੇ ਮੂੰਹ 'ਤੇ ਹੱਥ ਰੱਖਦੀ ਹੋਈ ਬੋਲੀ, ਤੁਹਾਡੇ ਬਿਨਾਂ ਹੋਰ ਕੌਣ ਆ ਮੇਰਾ। ਅੰਮ੍ਰਿਤ ਕਰਵਟ ਲੈ ਕੇ ਸਾਰੀ ਰਾਤ ਹੰਝੂ ਕੇਰਦੀ ਰਹੀ ਤੇ ਸਵੇਰੇ ਜਦੋਂ ਉੱਠੀ ਤਾਂ ਇੱਕ ਟੁੱਟੀ ਹੋਈ ਔਰਤ ਬਣ ਕੇ
ਜੋ ਮਜਬੂਰ ਹੋ ਕੇ ਹਰ ਚੀਜ਼ ਨਾਲ ਸਮਝੌਤਾ ਕਰ ਲੈਂਦੀ ਹੈ। ਸਾਰੀ ਰਾਤ ਇਹੀ ਸੋਚਦੀ ਰਹੀ ਕਿ ਸ਼ਾਇਦ ਰਮਨ ਨੇ ਵੀ ਮੌਨ ਸਵੀਕ੍ਰਿਤੀ ਦੇ ਦਿੱਤੀ ਆ ਦੂਜੇ ਵਿਆਹ ਲਈ, ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਮਾਂ ਨੇ ਕਿਸ ਹੱਦ ਤੱਕ ਉਸ ਨੂੰ ਮਜਬੂਰ ਕੀਤਾ ਹੈ ਦੂਜੇ ਵਿਆਹ ਲਈ। 1 ਮਹੀਨੇ ਦੇ ਅੰਦਰ ਹੀ ਰਮਨ ਦਾ ਦੂਜਾ ਵਿਆਹ ਜਸਵੀਰ ਨਾਲ ਹੋ ਗਿਆ। ਜਸਵੀਰ ਰਮਨ ਦੀ ਮਾਂ ਦੀ ਦੂਰ ਦੀ ਰਿਸ਼ਤੇਦਾਰ 'ਚ ਕੁੜੀ ਸੀ। ਅੰਮ੍ਰਿਤਾ, ਅੱਜ ਤੋਂ ਆਪਣਾ ਸਮਾਨ ਉਸ ਪਿੱਛੇ ਵਾਲੇ ਕਮਰੇ 'ਚ ਰੱਖ ਲੈ। ਅੱਜ ਤੋਂ ਜਸਵੀਰ ਇਸ ਕਮਰੇ 'ਚ ਰਹੇਗੀ। ਰਮਨ ਨਾਲ ਸੱਸ ਨੇ ਹੱਥ ਦਿਖਾਉਂਦੇ ਹੋਏ ਕਿਹਾ, ਕਿਵੇਂ ਛੱਡ ਦਿਆਂ ਇਹ ਕਮਰਾ? ਨਹੀਂ, ਇਹ ਕਮਰਾ ਮੇਰਾ ਹੈ, ਮੈਂ ਨਹੀਂ ਜਾਂਦੀ। ਜਿੱਥੇ ਜਿਸ ਨੂੰ ਜਾਣਾ ਹੈ ਉੱਥੇ ਚਲਾ ਜਾਵੇ। ਫਿਰ ਖਿਆਲ ਆਇਆ ਕਿ ਜੋ ਵਿਆਹ ਕੇ ਇਸ ਘਰ 'ਚ ਲਿਆਇਆ ਸੀ, ਜਦ ਉਹ ਹੀ ਮੇਰਾ ਨਹੀਂ ਹੋਇਆ ਤਾਂ ਇਹ ਕਮਰਾ ਮੇਰਾ ਕਿਵੇਂ ਹੋ ਸਕਦਾ? ਇਹ ਸੋਚਦੇ ਹੋਏ ਅੱਖਾਂ 'ਚੋਂ ਹੰਝੂਆਂ ਦਾ ਹੜ੍ਹ ਆ ਗਿਆ। ਸਿੰਦੂਰ ਦੀ ਡੱਬੀ ਤੇ ਕੁਝ ਕੱਪੜੇ ਲੈ ਕੇ ਉਸ ਮਿੱਟੀ ਦੇ ਬਣੇ ਕੱਚੇ ਕੋਠੇ ਵੱਲ ਚੱਲ ਪਈ। ਸਮਾਨ ਇੱਕ ਨੁੱਕਰੇ ਰੱਖ ਕੇ ਬਾਰੀ ਕੋਲ ਬਹਿ ਗਈ ਤੇ ਉਸ ਅੰਬ ਦੇ ਬੂਟੇ ਨੂੰ ਨਿਹਾਰਨ ਲੱਗੀ। ਇਸ ਨੂੰ ਕਿਸਮਤ ਕਹਾਂ ਜਾਂ ਕੁਝ ਹੋਰ, ਕਿ ਅੱਜ ਮੇਰੀ ਹਾਲਾਤ ਵੀ ਇਸ ਬੂਟੇ ਵਾਂਗ ਹੋ ਗਈ ਹੈ। ਇਕੱਲਾ ਬੇਸਹਾਰਾ ਜਿਵੇਂ ਅੱਜ ਤੱਕ ਇਹ ਆਪਣੇ ਵਜੂਦ ਨੂੰ ਬਚਾਉਣ 'ਚ ਸਫਲ ਰਿਹਾ ਹੈ, ਮੈਂ ਵੀ ਇਸ ਤਰ੍ਹਾਂ ਅਡੈਗ ਅਤੇ ਮਜ਼ਬੂਤ ਰਹਿ ਸਕਾਂਗੀ ਜਾਂ ਫਿਰ ਕਿਸੇ ਕਮਜ਼ੋਰ ਬੇਲ ਦੀ ਤਰ੍ਹਾਂ ਮੁਰਝਾ ਜਾਵਾਂਗੀ ਜਾਂ ਆਪਣਾ ਵਜੂਦ ਖੋ ਦੇਵਾਂਗੀ। ਨਹੀਂ, ਇੱਦਾਂ ਨਹੀਂ ਹੋਵੇਗਾ। ਮੈਂ ਮਜ਼ਬੂਤ ਰਹਾਂਗੀ। ਜਦੋਂ ਇਹ ਬੇਜਵਾਨ ਰੁੱਖ ਸਭ ਨਾਲ ਲੜ ਸਕਦਾ ਤਾਂ ਮੈਂ ਕਿਉਂ ਨਹੀਂ? ਆਪਣੇ ਵਿਚਾਰਾਂ ਤੋਂ ਬਾਹਰ ਆ ਕੇ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਹਰ ਹਾਲਤ ਨਾਲ ਲੜਨ ਲਈ ਤਿਆਰ ਕੀਤਾ। ਦਿਨ ਗੁਜ਼ਰਦੇ ਗਏ ਤੇ ਮੈਂ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਬਿਜ਼ੀ ਕਰ ਲਿਆ। ਆਪਣੀ ਕੋਠੜੀ ਨੇੜੇ ਬਹੁਤ ਸਾਰੇ ਰੁੱਖ ਲਾ ਲਏ ਤੇ ਬਾਕੀ ਬਚੇ ਸਮੇਂ 'ਚ ਉਹਨਾਂ ਪੇੜ ਪੌਦਿਆਂ ਦੀ ਦੇਖਭਾਲ ਕਰਨ ਲੱਗੀ। ਨਾਲ ਹੀ ਉਸ ਅੰਬ ਦੇ ਬੂਟੇ ਦੀ ਖਾਸ ਦੇਖਭਾਲ ਕਰਦੀ ਸੀ। ਜਸਵੀਰ ਇੱਕ ਸਮਝਦਾਰ ਤੇ ਸਿਆਣੀ ਕੁੜੀ ਸੀ। ਉਹ ਜਦੋਂ ਵੀ ਮੇਰੇ ਨਾਲ ਗੱਲ ਕਰਨ ਆਉਂਦੀ ਤਾਂ ਮੇਰੀ ਸੱਸ ਉਸ ਨੂੰ ਕਿਸੇ ਬਹਾਨੇ ਬੁਲਾ ਲੈਂਦੀ। ਰਮਨ ਪਹਿਲਾਂ ਨਾਲੋਂ ਜ਼ਿਆਦਾ ਬਿਜ਼ੀ ਰਹਿਣ ਲੱਗ ਗਿਆ। ਮੇਰੇ ਨਾਲ ਗੱਲ ਤਾਂ ਕਰਦੇ, ਪਰ ਇੱਕ ਪਛਤਾਵਾ ਹਮੇਸ਼ਾ ਉਹਨਾਂ ਦੀਆਂ ਅੱਖਾਂ 'ਚ ਦਿਖਾਈ ਦਿੰਦਾ। ਸ਼ਾਇਦ ਮੇਰੀ ਹਾਲਤ ਦੇਖ ਕੇ ਬੁਰਾ ਲੱਗਦਾ ਸੀ ਉਹਨਾਂ ਨੂੰ, ਪਰ ਆਪਣੀ ਮਾਂ ਦੇ ਖਿਲਾਫ ਜਾਣ ਦੀ ਹਿੰਮਤ ਨਹੀਂ ਜਟਾ ਪਾਉਂਦੇ ਸਨ। ਜਸਵੀਰ ਦੇ ਦਿਨ ਖੁਸ਼ੀ ਨਾਲ ਗੁਜ਼ਰ ਰਹੇ ਸਨ ਤੇ ਮੇਰੇ ਦਿਨ ਬਸ ਘਟ ਹੀ ਰਹੇ ਸਨ। ਦੇਖਦੇ ਦੇਖਦੇ ਉਹ ਦਿਨ ਵੀ ਆ ਗਿਆ ਜਦੋਂ ਜਸਵੀਰ ਨੇ ਖੁਸ਼ਖਬਰੀ ਸੁਣਾ ਦਿੱਤੀ ਕਿ ਉਹ ਮਾਂ ਬਣਨ ਵਾਲੀ ਆ। ਪੂਰੀ ਹਵੇਲੀ 'ਚ ਤਿਉਹਾਰ ਵਰਗਾ ਮਾਹੌਲ ਹੋ ਗਿਆ। ਸਾਰੇ ਨੌਕਰਾਂ 'ਚ ਤੋਹਫੇ ਵੰਡੇ ਜਾਣ ਲੱਗੇ। ਮੈਂ ਵੀ ਬਾਹਲੀ ਖੁਸ਼ ਸੀ ਕਿ ਚਲੋ ਚੰਗਾ ਹੋਇਆ, ਹੁਣ ਘਰ 'ਚ ਨਵਾਂ ਮਹਿਮਾਨ ਆਵੇਗਾ ਤੇ ਸ਼ਾਇਦ ਮੇਰੀ ਜ਼ਿੰਦਗੀ ਦਾ ਇਕੱਲਾਪਣ ਘੱਟ ਹੋ ਜਾਵੇਗਾ। ਜਸਵੀਰ ਬਹੁਤ ਕਮਜ਼ੋਰ ਸੀ ਤੇ ਉਮਰ ਵੀ 16। ਉਸ ਨੂੰ ਬਹੁਤ ਤਕਲੀਫ ਹੁੰਦੀ। ਹੁਣ ਸੱਸ ਦਾ ਆਦੇਸ਼ ਸੀ ਕਿ ਉਸ ਨੂੰ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ, ਜਿਸ ਨਾਲ ਉਸ ਦੀ ਕਮਜ਼ੋਰੀ ਦੂਰ ਹੋ ਸਕੇ। ਸਾਰੀ ਦੇਖਭਾਲ ਤੇ ਸੇਵਾ ਤੋਂ ਬਾਅਦ ਵੀ ਜਸਵੀਰ ਦਾ ਭਾਰ ਕੁਝ ਖਾਸ ਨਹੀਂ ਵੱਧ ਰਿਹਾ ਸੀ। ਇੱਕ ਦਿਨ ਮੈਂ ਚਿੰਤਾ ਨਾਲ ਰਮਨ ਨੂੰ ਕਿਹਾ ਕਿ ਤੁਸੀਂ ਜਸਵੀਰ ਨੂੰ ਸ਼ਹਿਰ 'ਚ ਕਿਸੇ ਵਧੀਆ ਡਾਕਟਰ ਨੂੰ ਦਿਖਾ ਲਿਆਓ, ਪਰ ਸੱਸ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਸਾਡੇ ਵੀ ਬੱਚੇ ਘਰ 'ਤੇ ਹੀ ਹੋਏ ਨੇ ਤੇ ਰਮਨ ਦੀ ਉਹੀ ਪੁਰਾਣੀ ਆਦਤ ਕਿ ਉਹ ਆਪਣੀ ਮਾਂ ਦੇ ਖਿਲਾਫ ਤਾਂ ਜਾ ਹੀ ਨਹੀਂ ਸਕਦੇ ਸਨ। ਇੱਕ ਦਿਨ ਜਸਵੀਰ ਦੀ ਤਬੀਅਤ ਕੁਝ ਜ਼ਿਆਦਾ ਖਰਾਬ ਹੋਣ ਲੱਗੀ। ਉਸ ਦੀ ਸਾਹ ਫੁੱਲ ਰਹੀ ਸੀ। ਘਬਰਾ ਕੇ ਮੈਂ ਪਿੰਡ ਦੇ ਇੱਕ ਵੈਦ ਨੂੰ ਬੁਲਾਵਾ ਭੇਜਿਆ। ਵੈਦ ਜੀ ਨੇ ਆ ਕੇ ਕੁਝ ਦਵਾਈਆਂ ਦਿੱਤੀਆਂ ਤੇ ਖੂਨ ਦੀ ਘਾਟ ਦੱਸੀ। ਮੈਂ ਰਮਨ ਨੂੰ ਜਦੋਂ ਇਹ ਸਭ ਦੱਸਿਆ ਤਾਂ ਸੱਸ ਨੇ ਮੈਨੂੰ ਜਸਵੀਰ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ, ਇਹ ਕਹਿ ਕੇ ਕਿ ਇੱਕ ਬਾਂਝ ਦੀ ਪਰਛਾਈ ਵੀ ਨਹੀਂ ਪੈਣ ਦੇਣੀ ਜਸਵੀਰ 'ਤੇ। ਖੈਰ, ਮੈਨੂੰ ਜਸਵੀਰ ਤੋਂ ਦੂਰ ਕਰ ਦਿੱਤਾ ਗਿਆ ਤੇ ਫਿਰ ਮੈਂ ਆਪਣੀ ਉਸੇ ਕੋਠੜੀ 'ਚ ਇਕੱਲੀ ਹੀ ਸਾਰਾ ਦਿਨ ਬੰਦ ਰਹਿਣ ਲੱਗੀ। ਜਾਂ ਇਹ ਵੀ ਕਹਿ ਲਵੋ ਕਿ ਮੈਂ ਆਪਣੇ ਆਪ ਖੁਦ ਵੀ ਡਰ ਰਹੀ ਸੀ ਕਿ ਕਿਤੇ ਸੱਚਮੁੱਚ ਮੇਰੀ ਵਜ੍ਹਾ ਨਾਲ ਜਸਵੀਰ ਨੂੰ ਕੁਝ ਹੋ ਨਾ ਜਾਵੇ। ਕੁਝ ਦਿਨਾਂ ਬਾਅਦ ਰਾਤ ਨੂੰ ਸ਼ੋਰ ਸ਼ਰਾਬਾ ਸੁਣ ਕੇ ਮੈਂ ਵਿਹੜੇ ਵੱਲ ਭੱਜੀ ਤੇ ਪਤਾ ਲੱਗਾ ਕਿ ਬੱਚੇ ਦੇ ਜਨਮ ਦਾ ਸਮਾਂ ਆ ਗਿਆ ਸੀ। ਪਿੰਡ ਦੀਆਂ ਸਿਆਣੀਆਂ ਔਰਤਾਂ ਤੇ ਦਾਈਆਂ ਨੂੰ ਸੱਦਿਆ ਗਿਆ। ਪੂਰੀ ਹਵੇਲੀ 'ਚ ਹਲਚਲ ਦਾ ਮਾਹੌਲ ਸੀ। ਮੈਂ ਰਮਨ ਵੱਲ ਤੱਕਿਆ। ਉਹ ਬਹੁਤ ਹੀ ਡਰੇ ਹੋਏ ਲੱਗ ਰਹੇ ਸਨ। ਮੈਂ ਉਹਨਾਂ ਕੋਲ ਗਈ ਤੇ ਧੀਰਜ ਰੱਖਣ ਨੂੰ ਕਿਹਾ। ਥੋੜ੍ਹੀ ਦੇਰ 'ਚ ਬੱਚੇ ਦੀ ਕਿਲਕਾਰੀ ਗੂੰਜਣ ਲੱਗੀ। ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਸੀ। ਪਰ ਉਦੋਂ ਹੀ ਤਾਈ ਨੇ ਬਾਹਰ ਆ ਕੇ ਦੱਸਿਆ ਕਿ ਜਸਵੀਰ ਨੂੰ ਕਮਜ਼ੋਰੀ ਅਤੇ ਖੂਨ ਦੀ ਘਾਟ ਕਾਰਨ ਅਸੀਂ ਜਸਵੀਰ ਨੂੰ ਨਹੀਂ ਬਚਾ ਸਕੇ। ਕੁੜੀ ਨੂੰ ਜਨਮ ਦਿੰਦੇ ਹੀ ਜਸਵੀਰ ਦੀ ਮੌਤ ਹੋ ਗਈ। ਹਾਏ, ਪੋਤੇ ਦਾ ਮੂੰਹ ਨਹੀਂ ਦੇਖ ਪਾਈ ਮੈਂ ਹੁਣ। ਕਿਵੇਂ ਮੇਰਾ ਵੰਸ਼ ਅੱਗੇ ਚੱਲੇਗਾ? ਸੱਸ ਦਾ ਬੈਣ ਪੂਰੀ ਹਵੇਲੀ 'ਚ ਗੂੰਜ ਰਿਹਾ ਸੀ। ਉਹ ਛੋਟੀ ਦੁੱਧ-ਮੂੰਹੀ ਬੱਚੀ ਨੂੰ ਦੇਖ ਕੇ ਕਲੇਜਾ ਮੂੰਹ ਨੂੰ ਆ ਰਿਹਾ ਸੀ। ਇੱਦਾਂ ਲੱਗਦਾ ਸੀ ਕਿ ਉਹ ਮੈਂ ਹੀ ਹਾਂ। ਮੈਂ ਉਸ ਨੂੰ ਕਲੇਜੇ ਨਾਲ ਲਾ ਲਿਆ।
ਜਿਨ੍ਹਾਂ ਦੀ ਮਾਂ ਨਹੀਂ ਹੁੰਦੀ ਉਹ ਬੱਚੇ ਬਹੁਤ ਜ਼ਿਆਦਾ ਸਮਝਦਾਰ ਹੁੰਦੇ ਹਨ। ਸ਼ਾਇਦ ਜਰਾ ਕੁ ਵੀ ਪਰੇਸ਼ਾਨ ਨਹੀਂ ਕਰਦੀ ਸੀ ਉਹ ਮੈਨੂੰ, ਬਸ ਦੁੱਧ ਪੀਂਦੇ ਹੀ ਸੌਂ ਜਾਂਦੀ ਸੀ। ਸੱਸ ਦਾ ਉਹੀ ਬੈਣ ਚੱਲਦਾ ਰਹਿੰਦਾ ਕਿ ਕੁੜੀਆਂ ਨਾਲ ਵੰਸ਼ ਨਹੀਂ ਚੱਲਦਾ, ਪਰ ਸ਼ਾਇਦ ਹੁਣ ਕਿਸੇ ਨੂੰ ਫਰਕ ਨਹੀਂ ਪੈਂਦਾ ਸੀ। ਰਮਨ ਹੁਣ ਪਹਿਲਾਂ ਨਾਲੋਂ ਖੁਸ਼ ਰਹਿਣ ਲੱਗੇ ਸੀ। ਆਫਿਸ ਤੋਂ ਆਉਂਦੇ ਹੀ ਮੇਰੇ ਕਮਰੇ 'ਚ ਆਉਂਦੇ ਤੇ ਆਪਣੀ ਗੁੱਡੀ ਨੂੰ ਖਿਡਾਉਂਦੇ। ਮੈਨੂੰ ਵੀ ਰਮਨ ਨੂੰ ਦੇਖ ਕੇ ਚੰਗਾ ਲੱਗਦਾ ਸੀ। ਸਾਲ ਬੀਤ ਗਿਆ ਸੀ ਜਸਵੀਰ ਨੂੰ ਗਏ ਹੋਏ ਤੇ ਗੁੱਡੀ ਨੂੰ ਆਏ ਹੋਏ। ਅੱਜ ਜਸਵੀਰ ਦੀ ਬਰਸ਼ੀ ਹੈ। ਹਵੇਲੀ 'ਚ ਛੋਟੀ ਜਿਹੀ ਪੂਜਾ ਰਖਵਾਈ ਹੈ ਮੈਂ। ਪੰਡਤ ਜੀ ਦੇ ਆਉਂਦੇ ਹੀ ਸੱਸ ਨੇ ਪੁੱਛਿਆ ਕਿ ਮੈਂ ਜਿਉਂਦੇ ਜੀ ਆਪਣੇ ਪੋਤੇ ਦਾ ਮੂੰਹ ਦੇਖ ਸਕਾਂਗੀ, ਤਾਂ ਪੰਡਤ ਜੀ ਨੇ ਇਸ ਲਈ ਕੁਝ ਘਰ 'ਚ ਸ਼ਾਂਤੀ ਦੇ ਉਪਾਅ ਦੱਸੇ। ਸੱਸ ਚੱਲ ਪਈ ਪੰਡਤ ਜੀ ਨੂੰ ਘਰ ਦਿਖਾਉਣ, ਸਾਰੀ ਹਵੇਲੀ ਦੀ ਸ਼ੁੱਧੀ ਕਰਵਾਉਣ। ਮੇਰੀ ਕੋਠੜੀ ਕੋਲ ਵੀ ਗਈ ਤੇ ਪੰਡਤ ਜੀ ਨੂੰ ਉਸ ਬਾਂਝ ਪੇੜ ਨੂੰ ਵੀ ਦਿਖਾਇਆ। ਪੇੜ ਦੇਖਦੇ ਹੀ ਪੰਡਤ ਜੀ ਦਾ ਮੂੰਹ ਬਣ ਆਇਆ ਤੇ ਪੰਡਤ ਜੀ ਨੇ ਕਹਿ ਦਿੱਤਾ ਕਿ ਇਸੇ ਮਨਹੂਸ ਪੇੜ ਦੀ ਵਜ੍ਹਾ ਨਾਲ ਤੁਹਾਡੇ ਘਰ ਬੇਟਾ ਨਹੀਂ ਹੈ। ਜਿੰਨਾ ਜਲਦੀ ਹੋ ਸਕੇ ਇਸ ਨੂੰ ਕਟਵਾ ਦਿਓ। ਹੁਣ ਮੇਰੇ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਸੀ। ਮੈਂ ਰਮਨ ਵੱਲ ਤੱਕਿਆ, ਪਰ ਮੈਨੂੰ ਨਹੀਂ ਲੱਗਾ ਕਿ ਉਹ ਮਨਾ ਕਰਨਗੇ ਤੇ ਸੱਸ ਨੇ ਤੁਰੰਤ ਨੌਕਰਾਂ ਨੂੰ ਸੱਦ ਲਿਆ ਕਿ ਹੁਣੇ ਹੀ ਇਸ ਰੁੱਖ ਨੂੰ ਕੱਟ ਦਿਓ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਕਿਵੇਂ ਆਪਣੇ ਦੁੱਖ ਸੁੱਖ ਦੇ ਸਾਥੀ ਨੂੰ ਬਚਾਵਾਂ। ਤੇ ਜਿੰਦਾ ਹੀ ਉਹ ਕੁਹਾੜੀ ਲੈ ਕੇ ਉਸ ਰੁੱਖ ਨੂੰ ਕੱਟਣ ਲਈ ਅੱਗੇ ਆਏ ਤਾਂ ਮੈਂ ਤੇਜ਼ੀ ਨਾਲ ਦੌੜ ਕੇ ਉਸ ਰੁੱਖ ਨੂੰ ਗਲਵੱਕੜੀ ਪਾ ਲਈ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਇਸ ਰੁੱਖ ਨੂੰ ਛੱਡ ਦਿਓ, ਨਾ ਕੱਟੋ। ਪਰ ਉਹ ਲੋਕ ਮੇਰੀ ਬੇਨਤੀ ਨਹੀਂ ਸੁਣ ਰਹੇ ਸਨ। ਮੈਂ ਰੋਂਦੀ ਕਰਲਾਉਂਦੀ ਰਹੀ, ਪਰ ਕਿਸੇ ਨੂੰ ਕੋਈ ਤਰਸ ਨਹੀਂ ਆ ਰਿਹਾ ਸੀ। ਉਦੋਂ ਹੀ ਕਿਸੇ ਨੇ ਮੈਨੂੰ ਪਿੱਛੇ ਤੋਂ ਖਿੱਚ ਕੇ ਧੱਕਾ ਮਾਰਿਆ ਤੇ ਮੇਰਾ ਸਿਰ ਪੱਥਰ ਨਾਲ ਜਾ ਟਕਰਾ ਗਿਆ। ਸਿਰ 'ਚੋਂ ਖੂਨ ਦੀ ਧਾਰ ਨਿਕਲ ਰਹੀ ਸੀ। ਇਹ ਦੇਖ ਕੇ ਰਮਨ ਤੋਂ ਰਿਹਾ ਨਾ ਗਿਆ ਤੇ ਉਹਨਾਂ ਨੇ ਉੱਥੇ ਸਭ ਨੂੰ ਪਰੇ ਹਟਾ ਦਿੱਤਾ ਤੇ ਤੁਰੰਤ ਹੀ ਮੈਨੂੰ ਹਸਪਤਾਲ ਲੈ ਗਏ। ਮਰਮ ਪੱਟੀ ਕਰਨ ਤੋਂ ਬਾਅਦ ਮੈਨੂੰ ਹੋਸ਼ ਆਇਆ। ਡਾਕਟਰ ਸਾਹਿਬਾ ਸਾਹਮਣੇ ਖੜੀ ਸੀ ਤੇ ਰਮਨ ਨੂੰ ਕੁਝ ਸਮਝਾ ਰਹੀ ਸੀ। ਮੇਰੀ ਸੱਸ ਵੀ ਉੱਥੇ ਹੀ ਸੀ। ਉਹਨਾਂ ਦੇ ਚਿਹਰੇ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਉਸ ਨੂੰ ਆਪਣੇ ਕੀਤੇ ਤੇ ਅਫਸੋਸ ਹੋ ਰਿਹਾ ਸੀ। ਡਾਕਟਰ ਸਾਹਿਬਾ, ਕੀ ਹੁਣ ਅਸੀਂ ਇਸ ਨੂੰ ਘਰ ਲਿਜਾ ਸਕਦੇ ਹਾਂ? ਰਮਨ ਨੇ ਪੁੱਛਿਆ। ਹਾਂ, ਤੁਸੀਂ ਇਸ ਨੂੰ ਹੁਣ ਲੈ ਜਾ ਸਕਦੇ ਹੋ, ਪਰ ਧਿਆਨ ਰੱਖਣਾ ਕਿ ਹੁਣ ਦੁਬਾਰਾ ਇੱਦਾਂ ਨਾ ਹੋਵੇ, ਕਿਉਂਕਿ ਅਜਿਹੀ ਹਾਲਤ ਵਿੱਚ ਡਿੱਗਣਾ ਠੀਕ ਨਹੀਂ ਹੁੰਦਾ। ਇਹੋ ਜਿਹੀ ਹਾਲਤ? ਡਾਕਟਰ ਸਾਹਿਬ, ਕੀ ਹੋਇਆ ਇਸ ਨੂੰ? ਰਮਨ ਨੇ ਘਬਰਾਉਂਦੇ ਹੋਏ ਪੁੱਛਿਆ। ਹਾਏ ਰੱਬਾ, ਕੀ ਤੁਹਾਨੂੰ ਨਹੀਂ ਪਤਾ? ਹੁਣ ਇਹ ਮਾਂ ਬਣਨ ਵਾਲੀ ਹੈ। ਹੁਣ ਇਹਦਾ ਚੰਗੀ ਤਰ੍ਹਾਂ ਨਾਲ ਖਿਆਲ ਰੱਖਣਾ। ਇਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋਇਆ। ਸਾਰੇ ਇੱਕ ਦੂਜੇ ਵੱਲ ਤੱਕ ਰਹੇ ਸਨ ਤੇ ਮੈਂ ਤਾਂ ਬਿਲਕੁਲ ਵੀ ਯਕੀਨ ਨਹੀਂ ਕਰ ਪਾ ਰਹੀ ਸੀ। ਸੱਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ। ਮੇਰੇ ਸਿਰ ਤੇ ਹੱਥ ਰੱਖ ਕੇ ਬਸ ਇੰਨਾ ਹੀ ਕਹਿ ਸਕੀ ਕਿ ਬੇਟਾ, ਮੈਨੂੰ ਮਾਫ਼ ਕਰ ਦੇ। ਮੈਂ ਖੁਸ਼ੀ ਨਾਲ ਭਰ ਕੇ ਸੱਸ ਦੇ ਗਲ ਲੱਗ ਗਈ, ਜਿਵੇਂ ਮੈਂ ਆਪਣੀ ਮਾਂ ਦੇ ਗਲ ਹੀ ਲੱਗੀ ਹਾਂ। ਪੂਰੇ 9 ਮਹੀਨੇ ਮੇਰੀ ਸੱਸ ਮਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਤੇ ਮੈਂ ਉਸ ਰੁੱਖ ਦਾ। ਅੱਜ ਮੇਰੀ ਡਿਲੀਵਰੀ ਹੋਣੀ ਸੀ। ਮੇਰੀ ਸੱਸ ਮਾਂ ਮੈਨੂੰ ਸਮੇਂ ਤੇ ਹੀ ਹਸਪਤਾਲ ਲੈ ਗਈ ਤਾਂ ਕਿ ਜੋ ਗਲਤੀ ਉਹਨਾਂ ਨੇ ਜਸਵੀਰ ਵੇਲੇ ਕੀਤੀ ਸੀ ਉਹ ਹੁਣ ਨਾ ਹੋਵੇ। ਵਧਾਈਆਂ ਹੋਣ, ਤੁਹਾਡੇ ਪੋਤਾ ਹੋਇਆ ਹੈ। ਨਰਸ ਨੇ ਮੇਰੀ ਸੱਸ ਮਾਂ ਨੂੰ ਖੁਸ਼ਖਬਰੀ ਸੁਣਾਈ ਤੇ ਮੇਰੀ ਸੱਸ ਮਾਂ ਨੇ ਆਪਣੇ ਹੱਥ 'ਚੋਂ ਮੁੰਦਰੀ ਕੱਢ ਕੇ ਨਰਸ ਨੂੰ ਤੋਹਫੇ ਦੇ ਰੂਪ ਵਿੱਚ ਦੇ ਦਿੱਤੀ। ਉਹ ਖੁਸ਼ ਸੀ ਇਸ ਕਰਕੇ ਨਹੀਂ ਕਿ ਪੋਤਾ ਹੋਇਆ ਸੀ, ਬਲਕਿ ਇਸ ਕਰਕੇ ਕਿ ਮੈਂ ਬਿਲਕੁਲ ਠੀਕ ਸੀ। ਹਵੇਲੀ 'ਚ ਪੂਰੀ ਧੂਮ-ਧਾਮ ਸੀ, ਸਾਰੇ ਪਾਸੇ ਖੁਸ਼ੀ ਸੀ। ਸਾਡਾ ਪਰਿਵਾਰ ਪੂਰਾ ਹੋ ਗਿਆ ਸੀ ਬੇਟੀ ਤੇ ਬੇਟੇ ਦੇ ਆਉਣ ਨਾਲ। ਅਤੇ ਇੱਕ ਖੁਸ਼ੀ ਹੋਰ ਵੀ ਪਣਪ ਰਹੀ ਸੀ। ਉਹ ਪਣਪ ਰਹੀ ਸੀ ਉਸ ਅੰਬ ਦੇ ਰੁੱਖ 'ਚੋਂ। ਫਲ ਵੀ ਲੱਗਣ ਲੱਗ ਗਏ ਸਨ। ਸ਼ਾਇਦ ਅਸੀਂ ਬਹੁਤ ਹੀ ਜਲਦ ਚਿੰਤਾ ਕਰਨ ਲੱਗ ਜਾਂਦੇ ਹਾਂ ਫਲ ਲੱਗਣ ਦੀ, ਪਰ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਕੰਪੋਸ਼ਿਤ ਸਰੀਰ ਹੋਵੇ ਜਾਂ ਰੁੱਖ, ਦੋਵੇਂ ਹੀ ਫਲ ਨਹੀਂ ਦਿੰਦੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।